ਇੰਡੀਆ ਦੇ ਵਿੱਚ ਇੱਕ ਜਗ੍ਹਾ ਗੰਗੂਹਾ ਇਲਾਕੇ ਦਾ ਨਾਮ, ਉੱਥੋਂ ਦੇ ਮੌਲਾਨਾ ਗੰਗੂਹੀ ਸਾਹਿਬ ਜਿਹੜੇ ਨਾ ਉੱਥੇ ਰਹਿੰਦੇ ਸੀ। ਉਹਦੇ ਕੋਲ ਇੱਕ ਪਿੰਡ ਸੀ, ਉੱਥੋਂ ਦਾ ਪਿੰਡ ਦਾ ਚੌਧਰੀ ਸੀ। ਇਤਫਾਕ ਐਸਾ ਹੋਇਆ, ਇੱਕ ਦਿਨ ਉਹਦੇ ਘਰ ਚੋਰੀ ਹੋ ਗਈ। ਉਹ ਬੜਾ ਪਰੇਸ਼ਾਨ ਹੋਇਆ ਵੀ ਚੌਧਰੀ ਦੇ ਘਰ ਚੋਰੀ ਹੋ ਗਈ। ਉਹਨੇ ਸਾਰੇ ਪਿੰਡ ਨੂੰ ਇਕੱਠਾ ਕਰ ਲਿਆ, ਆਪਣੇ ਤੌਰ ਤੇ ਤਫਤੀਸ਼ ਸ਼ੁਰੂ ਕਰ ਦਿੱਤੀ। ਤਹਿਕੀਕ ਕਰ, ਉਹਨੂੰ ਪੁੱਛ, ਸਾਰੇ ਪਿੰਡ ਨੂੰ ਇੱਕ ਦਿਨ ਇਕੱਠਾ ਕੀਤਾ, ਸਭ ਨੂੰ ਬੁਲਾਈ ਜਾਵੇ। ਤੇ ਇੱਕ ਗਰੀਬ ਜਿਹਾ ਬੰਦਾ ਜੁਲਾਹਾ ਜਿਹੜਾ ਕੱਪੜੇ ਬੁਣਨ ਵਾਲਾ, ਉਹ ਵਿਚਾਰਾ ਡਰਿਆ ਸਹਿਮਿਆ, ਉਹਨੂੰ ਬੁਲਾਇਆ। ਹਾਂ ਬਈ ਤੂੰ ਚੋਰੀ ਕੀਤੀ ਮੇਰੀ? ਉਹ ਵੈਸੇ ਹੀ ਡਰਿਆ ਸੀ, ਸਹਿਮਿਆ ਸੀ, ਉਹਦੇ ਮੂੰਹ ਚੋਂ ਗੱਲ ਨਾ ਨਿਕਲੇ ਤੇ ਥਥਲਾ ਕੇ ਬੋਲੇ ਤੇ ਡਰਿਆ ਬਹੁਤ। ਲੋਕੀ ਕਹਿੰਦੇ ਇਹੀ ਹੈ ਚੋਰ ਤੇਰਾ, ਇਹ ਜਿਹੜਾ ਡਰਦਾ ਨਾ, ਇਹ ਬੋਲਦਾ ਨਹੀਂ ਨਾ, ਇਹ ਤੇਰਾ ਚੋਰ ਆ। ਉਹਨੂੰ ਪੁੱਛੇ ਸੱਚੀ ਦੱਸ ਤੂੰ ਚੋਰੀ ਕੀਤੀ ਹੈ? ਨਹੀਂ ਤੇ ਮੈਂ ਤੈਨੂੰ ਜਾਨੋਂ ਮਾਰ ਦੇਣਾ ਤੈਨੂੰ। ਉਹਦੇ ਮੂੰਹੋਂ ਗੱਲ ਨਾ ਨਿਕਲੇ, ਉਹ ਸਹਿਮਿਆ, ਉਹਨੂੰ ਚੜਿਆ ਗੁੱਸਾ। ਚੌਧਰੀ ਨੇ ਉਹਨੂੰ ਔਰ ਥੱਪੜ ਮਾਰਾ, ਇਧਰੋਂ ਮਾਰ, ਪੁੰਜੇ ਸਿੜਤਾ, ਕੁੱਟ ਕੇ ਉਹਨੂੰ ਨਾ ਚੰਗਾ ਫੈਂਟਾ ਲਾਇਆ। ਜਦੋਂ ਰੋਂਦਾ ਧੋਂਦਾ ਵਿਚਾਰਾ ਘਰ ਨੂੰ ਵਾਪਸ ਗਿਆ, ਉਹ ਅਗਲੇ ਦਿਨ ਮੌਲਾਨਾ ਗੰਗੂਹੀ ਸਾਹਿਬ ਦੇ ਕੋਲ, ਗੰਗੂਹਾ ਜਿਹੜਾ ਪਿੰਡ ਤੁਹਾਨੂੰ ਦੱਸਿਆ, ਉੱਥੇ ਚਲੇ ਗਿਆ। ਜਾ ਕੇ ਉਹਨੇ ਸ਼ਿਕਾਇਤ ਕੀਤੀ ਕਿ ਮੇਰੇ ਨਾਲ ਬਹੁਤ ਜ਼ਿਆਦਤੀ ਹੋਈ ਹੈ ਤੇ ਮੈਂ ਹੁਣ ਇਸ ਪਿੰਡ ਵਿੱਚ ਨਹੀਂ ਰਹਿਣਾ, ਮੈਂ ਇੱਥੋਂ ਚਲੇ ਜਾਣਾ। ਸਾਰਾ ਵਾਕਿਆ ਉਹਨਾਂ ਨੇ ਸੁਣਿਆ। ਸੁਣ ਕੇ ਤੇ ਉਹਨਾਂ ਨੇ ਇੱਕ ਰੁੱਕਾ ਲਿਖਿਆ ਉਸ ਪਿੰਡ ਦੇ ਚੌਧਰੀ ਵੱਲ, ਉਹਦਾ ਨਾਮ ਅਸਦੁੱਲਾ ਖਾਨ ਸੀ। ਅਸਦੁੱਲਾ ਖਾਨ ਨਾਲ ਰੁੱਕਾ ਲਿਖਿਆ ਕਿ ਤੈਨੂੰ ਕਿਹੜੇ ਸ਼ਰਈ ਹੁਕਮ ਦੇ ਮੁਤਾਬਕ ਤੂੰ ਉਸ ਜੁਲਾਹੇ ਨੂੰ ਕੁੱਟਿਆ, ਫੈਂਟਾ ਲਾਇਆ, ਤੇ ਇਸ ਗੱਲ ਦਾ ਜਵਾਬ ਤਿਆਰ ਕਰਕੇ ਰੱਖ ਲਾ। ਕੱਲ ਨੂੰ ਅੱਲਾ ਦੇ ਦਰਬਾਰ 'ਚ ਤੇਰੀ ਪੇਸ਼ੀ ਹੋਣੀ ਆ ਤੇ ਸਭ ਤੋਂ ਪਹਿਲਾ ਸਵਾਲ ਤੇਰੇ ਕੋਲ ਇਹੋ ਹੀ ਹੋਣਾ ਕਿ ਤੂੰ ਇਸ ਕਿਸ ਸ਼ਰਈ ਉਜ਼ਰ ਦੇ ਮੁਤਾਬਕ, ਕਿਹੜਾ ਸ਼ਰਈ ਹੁਕਮ ਆ ਗਿਆ ਸੀ ਜਿਹਦੇ ਮੁਤਾਬਕ ਤੂੰ ਇਹਨੂੰ ਮਾਰਿਆ। ਜਦੋਂ ਰੁੱਕਾ ਉਹਦੇ ਕੋਲ ਪਹੁੰਚਿਆ, ਉਹ ਥਰ ਕੰਬਣ ਲੱਗ ਪਿਆ, ਉਹਦੀ ਕੈਫੀਅਤ ਬਦਲ ਗਈ। ਉਸ ਤੋਂ ਪੈਦਲ ਚੱਲ ਪਿਆ, ਮੌਲਾਨਾ ਗੰਗੂਹੀ ਸਾਹਿਬ ਦੇ ਕੋਲ ਪਹੁੰਚਾ। ਮੌਲਾਨਾ ਸਾਹਿਬ ਉਦੋਂ ਆਰਾਮ ਫਰਮਾ ਰਹੇ ਸੀ, ਦੁਪਹਿਰ ਦਾ ਵਕਤ ਸੀ, ਤੇ ਉਹ ਬਾਹਰੋਂ ਆਵਾਜ਼ ਦਿੱਤੀ ਕਿ ਖੂਨਖਾਰ ਇਨਸਾਨ ਆਪਣੇ ਆਪ ਤੇ ਜ਼ੁਲਮ ਕਰਨ ਵਾਲਾ ਤੁਹਾਨੂੰ ਮਿਲਣਾ ਚਾਹੁੰਦਾ, ਅਗਰ ਤੁਸੀਂ ਇਜਾਜ਼ਤ ਦਿੰਦੇ ਆ ਮਿਲਣ ਦੀ, ਅਗਰ ਨਹੀਂ ਇਜਾਜ਼ਤ ਦਿੰਦੇ ਤੇ ਮੈਂ ਆਪ ਨੂੰ ਖੁਦਕੁਸ਼ੀ ਕਰਕੇ ਮਰ ਜਾਣਾ ਜਾਂ ਕਿਸੇ ਖੂਹ ਦੇ ਵਿੱਚ ਛਾਲ ਮਾਰ ਦੇਣੀ ਹੈ, ਮੈਂ ਜ਼ਿੰਦਾ ਨਹੀਂ ਰਹਿਣਾ, ਮੈਂ ਬਹੁਤ ਆਪਣੇ ਆਪ ਤੇ ਜ਼ੁਲਮ ਕਰ ਲਿਆ। ਮੌਲਾਨਾ ਸਾਹਿਬ ਨੇ ਉਹਨੂੰ ਬੁਲਾਇਆ, ਕਹਿੰਦੇ ਅੰਦਰ ਬੁਲਾਓ। ਉਹ ਰੋਂਦਾ ਧੋਂਦਾ ਅੰਦਰ ਗਿਆ। ਆਪ ਨੇ ਫਰਮਾਇਆ ਕੀ ਹੋਇਆ, ਕਿਉਂ ਇੰਨਾ ਸ਼ੋਰ ਮਚਾਇਆ, ਕੀ ਗੱਲ ਹੈ ਤੈਨੂੰ? ਕਹਿੰਦਾ ਜੀ ਗੁਨਾਹ ਬਹੁਤ ਵੱਡਾ ਹੋ ਗਿਆ। ਕੀ ਹੋ ਗਿਆ? ਗੁਨਾਹ ਹੋ ਗਿਆ ਤੇ ਜਾ ਕੇ ਮਾਫੀ ਮੰਗ ਲਾ। ਕਹਿੰਦੇ ਉਹ ਆਪਣੀ ਤਬੀਅਤ ਆਰਾਮ ਫਰਮਾਉਣ ਦੀ ਤਬੀਅਤ ਵਿੱਚ ਸੀਗੇ, ਜਾ ਕੇ ਮਾਫੀ ਮੰਗ ਲਾ। ਕਹਿੰਦਾ ਉਹ ਉਸ ਤਰ੍ਹਾਂ ਵਾਪਸ ਆ ਗਿਆ। ਵਾਪਸ ਆ ਕੇ ਉਸੇ ਤਰ੍ਹਾਂ ਸਾਰਾ ਪਿੰਡ ਫਿਰ ਇਕੱਠਾ ਕਰਕੇ ਉਸ ਜੁਲਾਹੇ ਨੂੰ ਸੱਦਿਆ। ਸੱਦ ਕੇ ਕਹਿੰਦਾ ਜਿੰਨਾ ਮੈਂ ਤੈਨੂੰ ਮਾਰਿਆ ਨਾ, ਹੁਣ ਓਨਾ ਹੀ ਤੂੰ ਮੈਨੂੰ ਮਾਰ। ਹੁਣ ਗਰੀਬ ਆਦਮੀ, ਉਹ ਕਹਿੰਦਾ ਮੈਂ ਇਹ ਕੰਮ ਨਹੀਂ ਕਰ ਸਕਦਾ, ਤੇ ਨਾ ਮੇਰਾ ਦਿਲ ਹੀ ਕਹਿੰਦਾ ਕਿ ਮੈਂ ਇਹ ਕੰਮ ਕਰਾਂ, ਮੈਂ ਇਹ ਨਹੀਂ ਕਰ ਸਕਦਾ। ਕਹਿੰਦਾ ਨਹੀਂ ਤੇ ਮੈਂ ਮਰ ਜਾਣਾ, ਤੂੰ ਜੋ ਵੀ ਹੋਏਗਾ ਤੂੰ ਮੈਨੂੰ ਆਪਣਾ ਬਦਲਾ ਲੈ, ਮੇਰੇ ਕੋ ਬਹੁਤ ਜ਼ਿਆਦਤੀ ਹੋ ਗਈ ਆ। ਉਹ ਕਹਿੰਦਾ ਨਹੀਂ ਮੇਰੇ ਕੋ ਇਹ ਕੰਮ ਨਹੀਂ ਹੋ ਸਕਦਾ, ਤੇ ਬਾਕੀ ਅੱਲਾ ਮਾਫ ਕਰ ਦੇਗਾ, ਮੈਨੂੰ ਵੀ ਮਾਫ ਕਰ ਦੇਗਾ, ਅੱਲਾ ਤੈਨੂੰ ਵੀ ਮਾਫ ਕਰ ਦੇਗਾ। ਇੰਨੀ ਗੱਲ ਕਹਿ ਕੇ ਨਾ ਉਹ ਜੁਲਾਹਾ ਜਿਹੜਾ ਆਪਣੇ ਘਰ ਚਲਾ ਗਿਆ। ਉਹ ਬਹੁਤ ਪਰੇਸ਼ਾਨ ਵੀ ਇਸਨੇ ਮੈਨੂੰ ਮਾਫ ਨਹੀਂ ਕੀਤਾ। ਮੈਨੂੰ ਅੱਲਾਹ ਤਾਲਾ ਨੇ ਸਭ ਤੋਂ ਪਹਿਲਾ ਸਵਾਲ ਇਹ ਮੇਰੇ ਕੋਲ ਪੁੱਛਣਾ। ਅਗਲਾ ਦਿਨ ਹੋਇਆ, ਉਹ ਜੁਲਾਹਾ ਜਿਹੜਾ ਸੀ ਨਾ, ਉਹ ਆਪਣੀ ਖੱਡੀ ਬੁਣਦਾ ਪਿਆ ਸੀ, ਤੇ ਖਾਨ ਸਾਹਿਬ ਜਿਹੜੇ ਸੀ, ਅਸਦੁੱਲਾ ਖਾਨ ਸਾਹਿਬ ਪਿੰਡ ਦੇ ਬੜੇ ਵੱਡੇ ਚੌਧਰੀ ਸੀ, ਆਪਣੀ ਬੱਗੀ ਦੂਰ ਖੜੀ ਕਰਕੇ ਤੇ ਉਹਦੀ ਦੀ ਬੀਵੀ ਦੇ ਕੋਲ ਚਲੇ ਗਏ। ਉਸ ਦੀ ਬੀਵੀ ਨੂੰ ਕਹਿੰਦੇ ਆ ਕਿ ਅੱਜ ਤੋਂ ਬਾਅਦ ਤੁਹਾਡਾ ਮੈਂ ਨੌਕਰ ਹਾਂ, ਕੋਈ ਵੀ ਤੁਸੀਂ ਕੰਮ ਕਰਨਾ, ਕੋਈ ਵੀ ਸੌਦਾ ਬਾਹਰੋਂ ਮੰਗਾਉਣਾ, ਕੋਈ ਵੀ ਕਿਸੇ ਕਿਸਮ ਦੀ ਚੀਜ਼ ਮੰਗਾਉਣੀ ਆ, ਤਾਂ ਉਹ ਮੈਂ ਤੁਹਾਨੂੰ ਲਿਆ ਕੇ ਦਿਆ ਕਰਨੀ। ਔਰ ਤੁਹਾਨੂੰ ਕੀ ਚਾਹੀਦਾ ਸੀ? ਮੁਫਤ ਦਾ ਨੌਕਰ ਮਿਲ ਗਿਆ। ਇਹ ਭਾਈਜਾਨ ਜਿਹੜੇ ਆ, ਇਹਨਾਂ ਨੂੰ ਤੁਸੀਂ ਬਿਲਕੁਲ ਨਹੀਂ ਕਹਿਣਾ। ਉਹ ਖੱਡੀ ਬੁਣਦੇ ਪਏ ਸੀ, ਕਹਿੰਦੇ ਭਾਈ ਸਾਹਿਬ ਨੂੰ ਬਿਲਕੁਲ ਕੋਈ ਗੱਲ ਨਹੀਂ ਕਹਿਣੀ, ਅੱਜ ਤੋਂ ਬਾਅਦ ਮੈਂ ਤੇਰਾ ਨੌਕਰ ਹਾਂ। ਜਦੋਂ ਵੀ ਸ਼ਹਿਰ ਦਾ ਕੋਈ ਕੰਮ ਹੋਣਾ, ਕਹਿੰਦੇ ਕਿਸੇ ਵੀ ਵਕਤ ਕੋਈ ਕੰਮ ਹੋ ਮੈਨੂੰ ਫੌਰਨ ਬੁਲਾ ਲਓ। ਆਪਣੇ ਖਾਦਮਾਂ ਨੂੰ ਆਖਿਆ ਕਿ ਜਦੋਂ ਵੀ ਉਧਰੋਂ ਕੁਛ ਨਹੀਂ ਆਵੇ, ਮੈਂ ਭਾਵੇਂ ਸੁੱਤਾ ਹੋਵਾਂ, ਭਾਵੇਂ ਦੁਪਹਿਰ ਹੋਵੇ, ਭਾਵੇਂ ਸ਼ਾਮ ਹੋਵੇ, ਮੈਨੂੰ ਫੌਰਨ ਦੱਸਣਾ। ਸਾਰੀ ਜ਼ਿੰਦਗੀ ਜਿਹੜੀ ਬਕਾਇਆ ਸੀ ਨਾ, ਉਸ ਜੁਲਾਹੇ ਦੀ ਨੌਕਰੀ ਕਰਕੇ ਉਹਨੇ ਜ਼ਿੰਦਗੀ ਗੁਜ਼ਾਰੀ। ਤੇ ਉਹ ਬੀਬੀ ਕਦੀ ਦੁਪਹਿਰ ਨੂੰ ਬੁਲਾ ਲੈਂਦੀ ਸੀ, ਕਦੀ ਰਾਤ ਨੂੰ ਬੁਲਾ ਲੈਂਦੀ ਸੀ। ਆਪਣੇ ਕੰਧਿਆਂ ਤੇ ਬੋਝ ਲੱਦ ਕੇ ਕਿਸੇ ਵੀ ਕਿਸਮ ਦਾ ਭਾਰ, ਕੋ ਆਟਾ, ਕੋ ਦਾਣਾ, ਕੋਈ ਵੀ ਚੀਜ਼ ਮੰਗਾਉਣੀ ਸੀ, ਤੇ ਉਸ ਚੌਧਰੀ ਨੇ ਆਪਣੀ ਜ਼ਿੰਦਗੀ, ਬਕੀਆ ਜ਼ਿੰਦਗੀ ਸਾਰੀ ਜਿਹੜੀ ਸੀ ਨਾ, ਉਹ ਉਸ ਦੀ ਨੌਕਰ ਬਣ ਕੇ ਗੁਜ਼ਾਰੀ। ਤੇ ਮੈਨੂੰ ਉਮੀਦ ਆ ਕਿ ਅੱਲਾਹ ਤਾਲਾ ਨੇ ਉਹਨੂੰ ਜ਼ਰੂਰ ਮਾਫੀ ਦੇ ਦਿੱਤੀ ਹੋਏਗੀ। ਜਿਸ ਨੇ ਇਤਨਾ ਪਰੇਸ਼ਾਨ ਹੋਇਆ, ਮਾਰਿਆ ਜ਼ਰੂਰ ਸੀ ਉਹਨੇ, ਨਾਹਕ ਮਾਰਿਆ ਸੀ, ਲੇਕਿਨ ਉਹਨੇ ਜਿਹੜਾ ਮਾਫੀ ਦਾ ਹੱਕ ਅਦਾ ਕੀਤਾ ਨਾ, ਮਾਫੀ ਮੰਗਣ ਵਾਸਤੇ, ਕਿੱਥੇ ਚੌਧਰੀ ਪਿੰਡ ਦਾ, ਕਿੱਥੇ ਪਿੰਡ ਦਾ ਚੌਧਰੀ, ਤੇ ਕਿੱਥੇ ਇੱਕ ਜੁਲਾਹੇ ਦਾ ਨੌਕਰ ਬਣ ਗਿਆ। ਸਾਰੀ ਜ਼ਿੰਦਗੀ ਨੌਕਰ ਬਣ ਕੇ ਉਹਨੇ ਗੁਜ਼ਾਰੀ। ਵੀਡੀਓ ਅੱਛੀ ਲੱਗੇ ਇਹਨੂੰ ਲਾਈਕ ਕਰੋ और चैनल ਨੂੰ सब्सक्राइब करना ना भूलना।